ਜੋ ਪ੍ਰਕਰਣ ਚੱਲ ਰਿਹਾ ਸੀ ਉਸੇ ਸੰਬੰਧ ਵਿੱਚ ਇੱਕ ਸ਼ਬਦ ਸਾਹਮਣੇ ਆਇਆ ਹੈ, ਕੁਦਰਤੀ, ਬਹੁਤ ਹੀ ਪਿਆਰਾ। ਪਰ ਹੈਰਾਨਗੀ ਹੈ ਵੀ ਐਸੇ ਸ਼ਬਦ ਧਾਰਮਿਕ ਲੋਕ ਸਮਝਦੇ ਕਿਉਂ ਨਹੀਂ ਹਨ। ਪੜ੍ਹਦੇ ਤੇ ਬਹੁਤ ਹਨ, ਪਰ ਇਹਨਾਂ ਨੂੰ ਨਾ ਤਾਂ ਸਮਝਾਇਆ ਜਾਂਦਾ ਹੈ ਬਹੁਤਾ, ਨਾ ਹੀ ਕੋਈ ਸਮਝ ਰਿਹਾ ਹੈ। ਵਾਸਤਵਿਕ ਦੇ ਵਿੱਚ ਐਸਾ ਪਿਆਰਾ ਉਪਦੇਸ਼ ਅਗਰ ਕੋਈ ਗਹਿਨਤਾ ਦੇ ਨਾਲ ਸਮਝ ਲਵੇ, ਇਹਦੇ ਭਾਵ ਦੇ ਵਿੱਚ ਉਤਰ ਜਾਵੇ, ਤੇ ਉਹ ਮੁਕਤ ਹੋ ਸਕਦਾ ਹੈ। ਵਾਰ-ਵਾਰ ਸਮਝਣ ਯੋਗ ਹੈ, ਵਾਰ-ਵਾਰ ਧਿਆਨ ਵਿੱਚ ਰੱਖਣ ਯੋਗ ਹੈ। ਐਸਾ ਉਪਦੇਸ਼ ਹੈ, ਐਸਾ ਮੰਤਰ ਹੈ, ਜਿਹਨੂੰ ਹਿਰਦੇ ਦੇ ਵਿੱਚ ਕਹਿੰਦੇ ਹਨ ਨਾ, ਗੱਠ ਬੰਨ੍ਹ ਕੇ ਰੱਖ ਲਓ। ਵਾਸਤਵਿਕ ਦੇ ਵਿੱਚ ਇਹ ਗਹਿਣਾ ਹੈ, ਰੱਖਣ ਯੋਗ ਹੈ। ਥੋੜ੍ਹਾ ਜਿਹਾ ਖਿਆਲ ਕਰੋ, ਤਵੱਜੋ ਦਿਓ। ਇਸ ਸ਼ਬਦ ਵਿੱਚ ਆਦਮੀ ਸੁੱਤਾ ਕਿਵੇਂ ਹੈ, ਕੱਲਾ ਕੱਲਾ ਗਿਆਨ ਇੰਦਰਾ ਕਿਵੇਂ ਸੁੱਤਾ ਹੈ, ਮਨ ਕਿਵੇਂ ਸੁੱਤਾ, ਕਿਵੇਂ ਇਸ ਮਨੁੱਖ ਨੂੰ ਇਹ 5 ਵਿਕਾਰ ਦਿਨ ਰਾਤ ਲੁੱਟੀ ਜਾ ਰਹੇ ਹਨ। ਤੇ ਕਿਵੇਂ ਇਹ ਜਾਗ ਸਕਦਾ ਹੈ। ਇਹੋ ਹੀ ਗੱਲ ਚੱਲ ਰਹੀ ਸੀ ਨਾ, ਵੀ ਜਾਗਣਾ ਕਿਵੇਂ ਹੈ। ਤੇ ਇਸ ਸ਼ਬਦ ਦੇ ਆਧਾਰ ਤੇ ਤੁਸੀਂ ਪਹਿਲਾਂ ਸਮਝੋ ਵੀ ਸੁੱਤੇ ਕਿਵੇਂ ਹੋਏ ਹੋ। ਸੌਣਾ ਖਿਆਲ ਵਿੱਚ ਆ ਜਾਵੇ ਤੇ ਫਿਰ ਤੁਹਾਨੂੰ ਜਾਗਣਾ ਵੀ ਖਿਆਲ ਵਿੱਚ ਆ ਸਕਦਾ ਹੈ। ਪਹਿਲਾਂ ਧਿਆਨ ਪੂਰਵਕ ਸਰਵਣ ਕਰੋ, ਪਿਆਰ ਨਾਲ ਸਮਝੋ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੈ ਸਾਦ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੇਂ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲੈ। ਕਹਿੰਦੇ ਕੋਈ ਜਾਗਦਾ ਰਵੇ ਨਾ ਅੰਦਰ, ਤੇ ਜਾਗਣ ਵਾਲਾ ਹੀ ਦੇਖਦਾ ਹੈ। ਤੇ ਸੁੱਤਾ ਕਿਵੇਂ ਹੈ। ਕਹਿੰਦੇ ਨੈਣ ਜਿਹੜੀਆਂ ਅੱਖਾਂ ਹਨ ਇਹ ਸੁੱਤੀਆਂ ਹੋਈਆਂ ਹਨ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਵਿੱਚ ਨੀਂਦ ਹੈ, ਪਰ ਦ੍ਰਿਸ਼ਟ, ਪਰ ਤੇ ਦ੍ਰਿਸ਼ਟੀ ਟਿਕ ਗਈ, ਰੁਕ ਗਈ, ਉਹਨੂੰ ਹੀ ਵਿਕਾਰ ਕਹਿੰਦੇ ਹਨ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਉੱਦਾਂ ਆਮ ਧਾਰਮਿਕ ਲੋਕ ਵਿਕਾਰ ਕਹਿੰਦੇ ਹਨ ਵੀ ਪਰਾਈ ਇਸਤਰੀ 'ਤੇ ਨਿਗਾਹ ਟਿਕ ਗਈ,
ਪਰਾਏ ਪੁਰਸ਼ 'ਤੇ ਨਿਗਾਹ ਟਿਕ ਗਈ। ਪ੍ਰਮਾਣ ਵੀ ਦਿੰਦੇ ਹਨ, ਪਰ ਤ੍ਰਿਏ ਰੂਪ ਨਾ ਵੇਖੈ ਨੇਤਰ। ਜਿਹੜਾ ਰੂਪ ਨੂੰ ਦੇਖ ਕੇ ਮੋਹਿਤ ਹੋ ਗਿਆ ਉਹ ਵਿਕਾਰੀ ਹੋ ਗਿਆ। ਇਹ ਤੇ ਠੀਕ ਹੈ, ਪਹਿਲਾ ਅਰਥ ਹੈ, ਪਰ ਵਿਕਾਰੀ ਦ੍ਰਿਸ਼ਟੀ ਉਦੋਂ ਹੁੰਦੀ ਹੈ ਜਦੋਂ ਅੰਦਰ ਚਾਹਤ ਪੈਦਾ ਹੋ ਜਾਵੇ। ਜਿਵੇਂ ਕਹਿੰਦੇ ਹਨ ਨਾ, ਆਮ ਕਿਹਾ ਜਾਂਦਾ ਹੈ ਵੀ ਇਹ ਆਦਮੀ ਬੜਾ ਲੁੱਚਾ ਹੈ। ਲੁੱਚਾ ਸ਼ਬਦ ਬਣਿਆ ਹੋਇਆ ਹੈ ਦੇਖਣ ਤੋਂ। ਜਿਹੜਾ ਪਰਾਈ ਇਸਤਰੀ ਨੂੰ ਦੇਖਦਾ ਰਹਿੰਦਾ ਹੈ, ਹੁਣ ਜ਼ਿਆਦਾ ਦੇਖਦਾ, ਜ਼ਿਆਦਾ ਕਿਉਂ ਦੇਖਦਾ ਹੈ? ਅੰਦਰ ਵਾਸ਼ਨਾ ਹੈ। ਫਿਰ ਇਸਤਰੀ ਨੂੰ ਨਹੀਂ ਦੇਖਦਾ ਹੈ, ਜਿਹਨੂੰ ਵੀ ਦੇਖ ਕੇ ਅੰਦਰ ਚਾਹਤ ਪੈਦਾ ਹੋ ਗਈ, ਨਿਗਾਹ ਰੁਕ ਗਈ, ਟਿਕ ਗਈ ਦ੍ਰਿਸ਼ਟੀ ਬਾਹਰ ਸੰਸਾਰ 'ਤੇ। ਕਿਸੇ ਦੀ ਕੋਠੀ ਦੇਖ ਕੇ ਟਿਕ ਗਈ ਵੀ ਇਹੋ ਜਿਹੀ ਮੇਰੇ ਕੋਲ ਹੋਵੇ। ਰੋਜ਼ ਆਉਂਦਾ ਜਾਂਦਾ ਦੇਖਦਾ, ਉਹਦਾ ਨਕਸ਼ਾ ਦੇਖਦਾ, ਉਹਦੀ ਡਾਇਰੈਕਸ਼ਨ ਦੇਖਦਾ, ਸੋਹਣੀ ਲੱਗਦੀ ਹੈ, ਵਾਰ-ਵਾਰ ਕਲਪਨਾ ਕਰਦਾ, ਦ੍ਰਿਸ਼ਟੀ ਵਿਕਾਰੀ ਹੋ ਗਈ। ਕਿਸੇ ਪਦਾਰਥ 'ਤੇ, ਕਿਸੇ ਚੀਜ਼ 'ਤੇ ਵਿਕਾਰੀ ਹੋ ਸਕਦੀ ਹੈ। ਅਜੋਕੇ ਸਮੇਂ 'ਤੇ ਬਹੁਤ ਕੁਛ ਹੈ ਦੇਖਣ ਨੂੰ, ਅਤੇ ਆਦਮੀ ਦੇਖਦਾ ਹੀ ਰਹਿੰਦਾ ਹੈ। ਜਿਵੇਂ ਕੋਈ ਫਿਲਮਾਂ ਹੀ ਦੇਖਦਾ ਰਿਹਾ, ਹੁਣ ਫਿਲਮਾਂ 'ਤੇ ਵੀ ਵਿਕਾਰੀ ਹੋ ਹੀ ਗਈ। ਹੁਣ ਹਟਦੇ ਨਹੀਂ ਹੈ, ਦੇਖਣ ਨੂੰ ਚਿੱਤ ਕਰਦਾ। ਜਿਹੜੀ ਚੀਜ਼ ਨੂੰ ਵਾਰ-ਵਾਰ ਚਿੱਤ ਕਰੇ ਦੇਖਣ ਨੂੰ, ਉਹਦੇ ਬਾਰੇ ਸੋਚਦਾ ਰਹਿੰਦਾ ਹੈ ਆਦਮੀ, ਦੇਖਦਾ ਰਹਿੰਦਾ ਹੈ, ਅਤੇ ਸੋਚ ਕੇ ਸਵਾਦ ਲੈਂਦਾ ਹੈ। ਕਈ ਵਾਰਾਂ ਕਿ ਆਦਮੀ ਕੁਛ ਦੇਖ ਲੈਂਦਾ ਹੈ ਅਤੇ ਦੇਖ ਕੇ ਉਸ ਟਾਈਮ 'ਤੇ ਨਿਗਾਹ ਹਟਾ ਲੈਂਦਾ ਹੈ, ਨਜ਼ਰ ਹਟਾ ਲੈਂਦਾ ਵੀ ਨਹੀਂ ਦੇਖਣਾ। ਧਾਰਮਿਕ ਵਿਅਕਤੀ ਕਈ ਵਾਰਾਂ ਸੋਚਦੇ ਹਨ ਵੀ ਨਹੀਂ ਦੇਖਣਾ, ਇਸਤਰੀ ਦਾ ਰੂਪ ਨਹੀਂ ਦੇਖਣਾ, ਪੁਰਸ਼ ਦਾ ਰੂਪ ਨਹੀਂ ਦੇਖਣਾ, ਕੋਈ ਬਾਹਰ ਰੂਪ, ਹਟਾ ਲਈ ਦ੍ਰਿਸ਼ਟੀ। ਪਰ ਅੰਦਰ ਇੱਕ ਛਾਪ ਪੈਦਾ ਹੋ ਗਈ, ਚਾਹਤ ਪੈਦਾ ਹੋ ਗਈ, ਆਦਮੀ ਉਸ ਪੱਖ ਵੱਲ ਸੋਚਣ ਲੱਗ ਪਈ ਅਤੇ ਵਿਕਾਰ ਪੈਦਾ ਹੋ ਗਿਆ। ਦ੍ਰਿਸ਼ਟੀ ਉਹੋ ਹੀ ਵਿਕਾਰੀ ਹੋ ਜਾਂਦੀ ਹੈ ਜਿਹੜੀ ਮਨ ਨੂੰ ਵਿਚਾਰਨ ਵਿੱਚ ਮਜਬੂਰ ਕਰਦੀ, ਸੋਚਣ ਵਿੱਚ ਮਜਬੂਰ ਕਰਦੀ। ਆਦਮੀ ਸੋਚਣ ਲੱਗ ਜਾਂਦਾ ਹੈ, ਵਿਚਾਰ ਲੱਗ ਜਾਂਦਾ, ਵਿਚਾਰ ਕੇ ਹੀ ਫਸਦਾ ਹੈ ਨਾ, ਸੋਚ ਵਿਚਾਰ ਹੀ ਫਸਾਉਂਦੀ। ਅਤੇ ਅੱਖਾਂ ਸੁੱਤੀਆਂ ਹੋਈਆਂ ਹਨ, ਪਰ ਦ੍ਰਿਸ਼ਟ ਵਿਕਾਰ, ਪਰ 'ਤੇ ਦ੍ਰਿਸ਼ਟੀ ਲੱਗ ਗਈ, ਟਿਕ ਗਈ। ਇਹੋ ਹੀ ਨੈਣਾ ਦਾ ਵਿਕਾਰ ਹੈ। ਪਰ 'ਤੇ ਸਵਯੰ 'ਤੇ ਦ੍ਰਿਸ਼ਟੀ ਰੁਕ ਗਈ ਅਤੇ ਵਿਕਾਰ ਨਹੀਂ ਹੈ, ਪਰ 'ਤੇ ਦ੍ਰਿਸ਼ਟੀ ਰੁਕ ਗਈ ਅਤੇ ਵਿਕਾਰ ਹੈ। ਐਸਾ ਨਹੀਂ ਦੇਖਣਾ ਨਹੀਂ ਹੈ, ਰੁਕੇ ਨਾ, ਭਾਵ ਕਿ ਵਾਰ-ਵਾਰ ਜਿਹੜੀ ਦ੍ਰਿਸ਼ਟੀ ਉੱਥੇ ਹੀ ਜਾ ਰਹੀ ਹੈ, ਰੁਕ ਗਈ ਸਮਝ ਲਓ। ਭਾਵੇਂ ਮੋਹ ਕਰਕੇ ਜਾ ਰਹੀ ਹੈ, ਭਾਵੇਂ ਈਰਖਾ ਕਰਕੇ ਜਾ ਰਹੀ ਹੈ, ਭਾਵੇਂ ਵਾਸ਼ਨਾ ਕਰਕੇ ਜਾ ਰਹੀ, ਜਾ ਤੇ ਰਹੀ ਹੈ ਨਾ। ਹੁਣ ਆਪਣੇ ਬੱਚਿਆਂ 'ਤੇ ਹੀ ਜਾ ਰਹੀ ਹੈ, ਉਹਨਾਂ ਬਾਰੇ ਹੀ ਸੋਚ ਰਿਹਾ ਹੈ, ਭਵਿੱਖ ਬਾਰੇ ਸੋਚ ਰਿਹਾ ਹੈ, ਖਿਆਲ ਕਰ ਰਿਹਾ ਹੈ। ਕਈ ਬਹੁਤ ਧਿਆਨ ਰੱਖਦੇ ਹਨ ਬੱਚਿਆਂ ਦਾ, ਤਾਂ ਦ੍ਰਿਸ਼ਟੀ ਵਿਕਾਰੀ ਹੈ, ਕਿਉਂਕਿ ਮੋਹਿਤ ਹੋ ਗਿਆ। ਆਪਣਿਆਂ 'ਤੇ ਟਿਕੀ ਹੈ, ਭਾਵੇਂ ਉਹਨਾਂ ਦੇ ਭਲੇ ਵਾਸਤੇ ਟਿਕੀ ਹੋਈ ਹੈ, ਭਵਿੱਖ ਵਾਸਤੇ ਤੁਸੀਂ ਟਿਕਾ ਰਹੇ ਹੋ, ਹੈ ਤੇ ਵਿਕਾਰੀ। ਇਹਨੂੰ ਤੇ ਮੋਹ ਕਹਿੰਦੇ ਹਨ। ਧਨ 'ਤੇ ਟਿਕ ਗਈ, ਪ੍ਰਭਤਾ 'ਤੇ ਟਿਕ ਗਈ, ਮਾਣ ਵਡਿਆਈ 'ਤੇ ਟਿਕ ਗਈ, ਕਿਤੇ ਵੀ ਟਿਕ ਗਈ। ਬਾਹਰ ਦੁਸ਼ਮਣ 'ਤੇ ਟਿਕ ਗਈ ਵੀ ਇਹਨੂੰ ਠੀਕ ਕਰਨਾ, ਇਹਨੂੰ ਰਾਹ 'ਤੇ ਪਾਉਣਾ, ਅਤੇ ਸਮਝ ਲਓ ਵਿਕਾਰੀ ਹੋ ਗਈ ਦ੍ਰਿਸ਼ਟੀ। ਪਰ 'ਤੇ ਟਿਕ ਗਈ ਅਤੇ ਵਿਕਾਰੀ ਹੋ ਗਈ। ਫਿਰ ਸਰਵਣ ਸੋਏ ਸੁਣ ਨਿੰਦ ਵਿਚਾਰ, ਕੰਨ ਸੁੱਤੇ ਹੋਏ ਹਨ ਪਰ ਦੀ ਨਿੰਦਾ ਸੁਣ ਕੇ। ਨਿੰਦਾ ਸੁਣ ਕੇ ਜ਼ਿਆਦਾ ਸੁੱਤੇ ਰਹਿੰਦੇ ਹਨ,
ਉਸਤਤ ਸੁਣ ਕੇ ਘੱਟ ਸੌਂਦੇ ਹਨ। ਉਸਤਤ ਆਦਮੀ ਕਰਦਾ ਵੀ ਘੱਟ ਹੀ ਹੈ। ਨਿੰਦਾ 'ਚ ਜ਼ਿਆਦਾ ਰਸ ਲੈਂਦਾ ਹੈ, ਫਿਰ ਨਿੰਦਾ ਨੂੰ ਵਿਚਾਰਦਾ ਹੈ, ਸੋਚਦਾ ਹੈ, ਫਿਰ ਦੂਸਰੇ ਨੂੰ ਕਹਿੰਦਾ। ਕਈਆਂ ਨੂੰ ਬੜਾ ਰਸ ਆਉਂਦਾ ਹੈ, ਨਿੰਦਾ ਦਾ ਰਸ ਬੜਾ ਹੀ ਪਿਆਰਾ ਹੈ। ਕਈ ਹਟਦੇ ਨਹੀਂ ਹਨ ਨਿੰਦਾ ਕਰਨ। ਉਹ ਧਾਰਮਿਕ ਢੰਗ ਦੇ ਨਾਲ ਵੀ ਨਿੰਦਾ ਕਰੀ ਜਾਣਗੇ, ਧਾਰਮਿਕ ਲੋਕਾਂ ਦੀ ਕਰੀ ਜਾਣਗੇ ਕਿਸੇ ਨਾ ਕਿਸੇ ਢੰਗ ਨਾਲ। ਆਹ ਮੀਡੀਆ ਦੁਆਰਾ ਸੋਸ਼ਲ ਬਹੁਤ ਹੁੰਦੀ ਨਿੰਦਾ ਇੱਕ ਦੂਸਰੇ ਦੀ, ਤੇ ਕੰਨ ਸੁੱਤੇ ਹੋਏ ਹਨ ਨਿੰਦਾ ਸੁਣ ਕੇ। ਨਿੰਦਾ ਦੇ ਵਿੱਚ ਲੱਗ ਗਿਆ ਆਦਮੀ, ਫਿਰ ਨਿੰਦਾ ਦੇ ਵਿੱਚ ਲੱਗ ਕੇ ਹੀ ਨਹੀਂ ਸੌਂਦੇ ਹਨ। ਹੁਣ ਕੋਈ ਗੀਤ ਸੰਗੀਤ ਸੁਣੀ ਜਾ ਰਿਹਾ ਹੈ ਲਗਾਤਾਰ, ਉਹਨੂੰ ਉਹਦੇ ਵਿੱਚ ਲੱਗਾ ਹੋਇਆ ਹੈ ਧਿਆਨ, ਤਾਂ ਉਹ ਵੀ ਤਾਂ ਸੁੱਤਾ ਹੀ ਹੋਇਆ ਹੈ। ਕੋਈ ਹੋਰ ਸਟੋਰੀ ਸੁਣ ਰਿਹਾ ਹੈ, ਕੋਈ ਹੋਰ ਕਹਾਣੀ ਸੁਣ ਰਿਹਾ ਹੈ। ਅਗਰ ਬਾਹਰ ਸੁਣਨ ਦੇ ਵਿੱਚ ਧਿਆਨ ਲੱਗ ਗਿਆ ਆਦਮੀ ਦਾ ਤਾਂ ਸੁੱਤਾ ਹੋਇਆ। ਸਿਰਫ ਨਿੰਦਾ ਨਹੀਂ ਸਵਾਉਂਦੀ ਹੈ, ਬਹੁਤ ਕੁਛ ਸਵਾ ਰਿਹਾ ਹੈ ਅਜੋਕੇ ਸਮੇਂ 'ਚ। ਉਸ ਸਮੇਂ 'ਚ ਸ਼ਾਇਦ ਨਿੰਦਾ ਹੀ ਸਵਾਉਂਦੀ ਹੋਵੇਗੀ। ਇਹੋ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਉਸ ਸਮੇਂ ਇਹ ਗੱਲਾਂ ਕਹੀਆਂ ਗਈਆਂ ਸਨ। ਅਜੋਕੇ ਸਮੇਂ 'ਚ ਤਾਂ ਬਹੁਤ ਵਿਕਾਸ ਹੋ ਗਿਆ, ਅਤੇ ਅਜੋਕੇ ਸਮੇਂ 'ਚ ਤਾਂ ਬਹੁਤ ਢੰਗ ਨਾਲ ਆਦਮੀ ਸੁੱਤਾ ਹੋਇਆ ਹੈ। ਅੱਖਾਂ ਵੀ ਬਹੁਤ ਢੰਗ ਨਾਲ ਸਵਾਉਂਦੀਆਂ ਹਨ, ਕੰਨ ਵੀ ਬਹੁਤ ਤਰੀਕੇ ਦੇ ਨਾਲ। ਕਈ ਅੱਠੇ ਪਹਿਰੇ ਕੰਨਾਂ ਦੇ ਵਿੱਚ ਈਅਰ ਪਲੱਗ ਲਾਏ ਹੋਏ ਹਨ ਫੋਨ, ਅਤੇ ਦਿਨ ਰਾਤ ਸੁਣੀ ਜਾਂਦੇ ਹਨ ਕੁਛ ਨਾ ਕੁਛ, ਸੁਣ ਹੀ ਰਹੇ ਹਨ। ਉਹਨਾਂ ਦਾ ਧਿਆਨ ਸੁਣਨ ਵਿੱਚ, ਤੋਂ ਵੀ ਸੁੱਤਾ ਹੋਇਆ ਹੈ ਆਦਮੀ ਜਿਹੜਾ ਸੁਣ ਰਿਹਾ ਹੈ ਕੁਛ ਨਾ ਕੁਛ, ਫਿਰ ਵਿਚਾਰ ਰਿਹਾ ਹੈ। ਮਨ ਦੇ ਵਿੱਚ ਵਿਕਾਰ ਪੈਦਾ ਹੋ ਰਿਹਾ। ਰਸਨਾ ਸੋਈ ਲੋਭ ਮੀਠੈ ਸਾਧ, ਕਹਿੰਦੇ ਜੀਭ ਸੁੱਤੀ ਹੋਈ ਹੈ ਲੱਭ ਲੋਭ ਕਰਕੇ। ਸਵਾਦਿਸ਼ਟ ਭੋਜਨ ਦੀ ਹੀ ਚਰਚਾ ਆਦਮੀ ਕਰੀ ਜਾਂਦਾ, ਜੇ ਖਾਵਾਂ ਉਹ ਖਾਵਾਂ। ਅਜੋਕੇ ਸਮੇਂ 'ਚ ਬਹੁਤ ਵੈਰਾਈਟੀਆਂ ਬਣਾਉਂਦੀਆਂ ਹਨ ਮਾਈਆਂ, ਬਹੁਤ ਵਿਅੰਜਨ ਬਣਦੇ ਹਨ, ਨਵੀਂ ਤੋਂ ਨਵੀਂ ਡਿਸ਼ ਤਿਆਰ ਕਰਦੀਆਂ ਹਨ। ਆਹ ਸੋਸ਼ਲ ਮੀਡੀਆ ਤੋਂ ਦੇਖ ਕੇ ਵੀ, ਅਤੇ ਬੜਾ ਜ਼ੁਬਾਨ ਦਾ ਵੀ ਰਸ ਹੈ, ਸਵਾਦ ਹੈ। ਸਵਾਦ ਦੀ ਵਿਚਾਰਧਾਰਾ ਚੱਲ ਪਵੇ, ਸੋਚਣ ਲੱਗ ਪਵੇ ਆਦਮੀ ਖਾਣ ਵਾਸਤੇ ਦਿਨ ਰਾਤ, ਸੌਂ ਗਿਆ। ਜੀਵ ਨੇ ਸਵਾਦਤਾ। ਮਨ ਸੋਇਆ ਮਾਇਆ ਬਿਸਮਾਦ, ਮਨ ਸੋਇਆ, ਮਨ ਸੌਂ ਗਿਆ, ਮਾਇਆ ਬਿਸਮਾਦ, ਮਾਇਆ ਦੇ ਅਚਰਜ ਤਮਾਸ਼ੇ ਦੇ ਵਿੱਚ। ਭਾਵ ਕਿ ਮਨ ਜਿਹੜਾ ਹੈ ਨਾ, ਇਹਨਾਂ ਇੰਦਰੀਆਂ ਦੁਆਰਾ ਸੌਂ ਗਿਆ। ਖਿਆਲ ਕਰਨ ਲੱਗ ਪਿਆ ਸੰਸਾਰ ਦਾ, ਸੋਚਣ ਲੱਗ ਪਿਆ ਪ੍ਰਾਪਤ ਕਰਨ ਵਾਸਤੇ, ਸੁੱਖ ਮਾਣਨ ਵਾਸਤੇ, ਸੁੱਖ ਭੋਗਣ ਵਾਸਤੇ। ਮਾਇਆ ਦਾ ਸੁੱਖ, ਧਨ ਹੋਵੇ, ਪੈਸਾ ਹੋਵੇ, ਪ੍ਰਾਪਰਟੀ ਹੋਵੇ, ਜੇ ਹੋਵੇ ਉਹ ਹੋਵੇ, ਖਿਆਲ ਚੱਲ ਪਏ, ਸੋਚਣ ਲੱਗ ਪਏ। ਬਸ ਬਾਹਰ ਦੀ ਸੋਚਦਾ ਸੋਚਦਾ ਅੰਦਰੋਂ ਸੌਂ ਗਿਆ। ਬਾਹਰ ਪ੍ਰਤੀ ਜਾਗਦਾ ਹੈ ਆਦਮੀ ਜਦੋਂ ਸੋਚਦਾ ਹੈ, ਅੰਦਰ ਪ੍ਰਤੀ ਸੌਂ ਜਾਂਦਾ ਹੈ। ਅਤੇ ਬਾਹਰ ਜਦੋਂ ਸੋਚ ਰਿਹਾ ਹੈ ਅਤੇ ਬਾਹਰੋਂ ਲੁੱਟਿਆ ਜਾ ਰਿਹਾ ਹੈ। ਇਹੋ ਹੀ ਵਿਕਾਰ ਹਨ। ਇਹ ਪੰਜ ਜਿਹੜੇ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਦਾ ਅਰਥ ਹੈ ਵੀ ਤੁਹਾਡੀ ਦ੍ਰਿਸ਼ਟੀ ਨੂੰ ਬਾਹਰ ਲੈ ਕੇ ਜਾ ਰਹੇ ਹਨ, ਤੁਹਾਡੇ ਧਿਆਨ ਨੂੰ ਬਾਹਰ ਲੈ ਕੇ ਜਾਂਦੇ, ਤੁਸੀਂ ਬਾਹਰ ਭਟਕ ਜਾਂਦੇ ਅਤੇ ਅੰਦਰੋਂ ਸੁੱਤੇ ਹੋਏ ਹੋ। ਇਸ ਗ੍ਰਹਿ ਮੇਹ ਕੋਈ ਜਾਗਤ ਰਹੇ, ਸਾਬਤ ਵਸਤੁ ਉਹ ਆਪਣੀ ਲੈ ਰਹਿ। ਕਹਿੰਦੇ ਹਨ ਵੀ ਇਸ ਘਰ ਦੇ ਵਿੱਚ ਜਾਗਦਾ ਰਵੇ। ਜਾਗਦਾ ਕੌਣ ਹੈ?
ਜਿਹੜਾ ਘਰ ਦੇ ਅੰਦਰ ਬੈਠਾ ਹੋਇਆ ਸੁਚੇਤ ਹੈ, ਆਪਣੇ ਘਰ ਦੇ ਅੰਦਰ ਹੀ ਹੈ ਤੇ ਅੰਦਰੋਂ ਹੀ ਦੇਖ ਰਿਹਾ ਆਪਣੇ ਘਰ ਨੂੰ, ਤੇ ਅੰਦਰ ਜੋ ਸਮਾਨ ਪਿਆ ਹੋਇਆ ਹੈ ਨਾ ਉਹਦਾ ਖਿਆਲ ਰੱਖਦਾ। ਸਮਾਨ ਕੀ ਹੈ ਤੁਹਾਡੇ ਅੰਦਰ? ਧਿਆਨ। ਧਿਆਨ ਦੀ ਦੌਲਤ ਬਹੁਤ ਕੀਮਤੀ ਹੈ, ਬਹੁਤ ਪਿਆਰੀ ਹੈ। ਤੇ ਜਿਹੜਾ ਖਿਆਲ ਰੱਖਦਾ ਹੈ ਵੀ ਇਹ ਧਿਆਨ ਬਾਹਰ ਨਾ ਜਾਵੇ, ਬਾਹਰਲੇ ਜਿਹੜੇ ਲੁਟੇਰੇ ਹਨ ਨਾ ਇਹ ਲੈ ਕੇ ਨਾ ਚਲੇ ਜਾਣ ਇਸ ਧਿਆਨ ਰੂਪੀ ਖਜ਼ਾਨੇ ਨੂੰ, ਇਹ ਸਾਚੇ ਧਨ ਨੂੰ ਬਾਹਰ ਨਾ ਲੈ ਜਾਣ। ਤੇ ਲਿਜਾਣ ਵਾਲੇ ਬਹੁਤ ਹਨ। ਮੈਂ ਕਈ ਵਾਰ ਕਹਿੰਦਾ ਹਾਂ ਤੁਹਾਡੇ ਆਪਣੇ ਹੀ ਤੁਹਾਨੂੰ ਲੁੱਟ ਰਹੇ ਹਨ, ਭਾਵ ਕਿ ਤੁਹਾਡਾ ਧਿਆਨ ਆਕਰਸ਼ਿਤ ਕਰਦੇ ਹਨ ਤੁਹਾਡੇ ਆਪਣੇ, ਉਹੀ ਲੁਟੇਰੇ ਹਨ। ਬੱਚੇ ਕਹਿੰਦੇ ਹਨ ਸਾਡੇ ਵੱਲ ਧਿਆਨ ਦਿਓ, ਪਤਨੀ ਕਹਿੰਦੀ ਹੈ ਸਾਡੇ ਵੱਲ ਧਿਆਨ ਦਿਓ, ਪਤੀ ਕਹਿੰਦਾ ਹੈ ਮੇਰੇ ਵੱਲ ਦਿਓ। ਹਰ ਇੱਕ ਧਿਆਨ ਮੰਗਦਾ ਹੈ, ਮਿੱਤਰ ਦੋਸਤ ਧਿਆਨ ਮੰਗਦੇ ਹਨ। ਫਿਰ ਉਹ ਤੇ ਮੰਗਦੇ ਹਨ, ਜੜ ਚੀਜ਼ਾਂ ਵੀ ਧਿਆਨ ਮੰਗਦੀਆਂ ਹਨ, ਇਹ ਵੀ ਆਕਰਸ਼ਿਤ ਕਰਦੀਆਂ ਹਨ ਤੁਹਾਨੂੰ, ਇਹਨਾਂ ਵੱਲ ਵੀ ਧਿਆਨ ਜਾਂਦਾ। ਤੇ ਧਿਆਨ ਤੁਹਾਡਾ ਬਾਹਰ ਗਿਆ ਤੇ ਤੁਸੀਂ ਲੁੱਟੇ ਗਏ। ਇਹ ਤੁਹਾਨੂੰ ਨਹੀਂ ਕੋਈ ਵੀ ਦੱਸਦਾ ਹੈ ਵੀ ਕੀ ਲੁੱਟਿਆ ਜਾਂਦਾ ਹੈ। ਤੁਹਾਡਾ ਧਿਆਨ ਲੁੱਟਿਆ ਜਾਂਦਾ ਹੈ। ਧਿਆਨ ਹੀ ਖਜ਼ਾਨਾ ਹੈ। ਅੰਤਰ ਬਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖਾਏ। ਕਹਿੰਦੇ ਧਿਆਨ ਜਿਹੜਾ ਹੈ ਨਾ ਇਹ ਅੰਦਰ ਅੰਮ੍ਰਿਤ ਹੈ ਤੇ ਬਾਹਰ ਜ਼ਹਿਰ ਬਣ ਜਾਂਦਾ ਹੈ। ਬਾਹਰ ਜਾਂਦਾ ਹੈ ਧਿਆਨ, ਬਾਹਰ ਜਾਤਾ ਠਾਕਾ ਰਹਾਏ। ਧਿਆਨ ਨੂੰ ਰੋਕ ਕੇ ਰੱਖੇ। ਅੰਦਰ ਜਿਹੜਾ ਜਾਗਦਾ ਹੈ, ਸੁਚੇਤ ਰਹਿੰਦਾ ਹੈ, ਹਰ ਵਕਤ ਖਿਆਲ ਰੱਖਦਾ, ਕਿਸੇ ਵੀ ਇੰਦਰੀ ਦੁਆਰਾ ਧਿਆਨ ਨੂੰ ਬਾਹਰ ਨਹੀਂ ਜਾਣ ਦਿੰਦਾ। ਅੱਖਾਂ ਨੇ ਦੇਖਿਆ ਬਸ ਇੱਕਦਮ ਹੀ ਅੰਦਰ, ਕੰਨਾਂ ਨੇ ਸੁਣਿਆ ਇੱਕਦਮ ਅੰਦਰ।